ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡ ਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਜ਼ਿੰਦਗੀ ਦੇ ਪਲ ਨੇ ਬੜੇ ਸੋਹਣੇ, ਇਸ ਨੂੰ ਜੀ ਭਰ ਕੇ ਜੀਆ ਕਰ। ਕਦੇ ਮਿਲੇਗੀ ਖੁਸ਼ੀ ਤੇ ਕਦ ਗਮ, ਹਰ ਲਮਹੇ ਦੇ ਵਿੱਚ ਮਸਤ ਰਿਹਾ ਕਰ ਬੰਦਗੀ ਉਸਦੀ ਕਿ ਤੇਰਾ ਸਮਾਂ ਚੰਗਾ ਆਵੇ। ਪਤਾ ਨਹੀਂ ਕਦ ਸੁਨੇਹਾ ਉਸਦਾ ਤੈਨੂੰ ਵੀ ਮਿਲ ਜਾਵੇ। ਇਹ ਕਹਾਣੀ ਉਸ ਇਨਸਾਨ ਦੀ ਹੈ ਜਿਸਨੇ ਹਮੇਸ਼ਾ ਆਪਣਾ ਖਿਆਲ ਰੱਖਿਆ, ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਸਾਂਭਿਆ। ਪਰ ਜਦ ਉਸਨੇ ਆਪਣੇ ਲਈ ਕੁਝ ਮੰਗਿਆ ਰੱਬ ਤੋਂ, ਤਾਂ ਕੀ ਹੋਇਆ ਆਓ ਤੁਹਾਨੂੰ ਦੱਸਦੇ ਹਾਂ। ਕਹਾਣੀ ਦਾ ਕਿਰਦਾਰ ਹੈ ਸਿੰਪਲ ਸ਼ਰਮਾ। ਮੇਰੇ ਨਾਲ ਹੀ ਟੀਵੀ ਚੈਨਲ ਦੇ ਵਿੱਚ ਕੰਮ ਕਰਨ ਲਈ ਆਏ ਸਨ। ਮੈਨੂੰ ਉਸ ਥਾਂ ਤੇ ਕੰਮ ਕਰਦਿਆਂ 2 ਸਾਲ ਬੀਤ ਚੁੱਕੇ ਸਨ। ਇਸ ਲਈ ਸਿੰਪਲ ਸਾਡੇ ਲਈ ਉਸ ਥਾਂ ਤੇ ਇੱਕ ਨਵਾਂ EMPLOYE ਸੀ। ਦੇਖਣ ਦੇ ਵਿੱਚ ਠੀਕ ਠਾਕ, ਬੋਲਬਾਣੀ ਦੇ ਵਿੱਚ ਮਿੱਠਾ, ਆਪਣੀ ਡਿਊਟੀ ਨੂੰ ਹੂਬਹੂ ਨਿਭਾਉਂਦਾ। ਸੁਣੀਆਂ ਸੀ ਬੜੀਆਂ ਜ਼ਿੰਮੇਦਾਰੀਆਂ ਸੀ ਉਹਦੇ ਮੋਢਿਆਂ ਤੇ, ਆਪਣੀ ਵਹੁਟੀ ਤੇ ਇੱਕ ਬੇਟੀ, ਤੇ ਇਸ ਤੋਂ ਇਲਾਵਾ ਆਪਣੀ ਅਪਾਹਿਜ ਸੱਸ ਤੇ ਸਹੁਰੇ ਦਾ ਧਿਆਨ ਰੱਖਣ ਤੋਂ ਇਲਾਵਾ ਆਪਣੇ ਘਰ ਦਾ ਵੀ ਖਿਆਲ ਰੱਖਦਾ ਸੀ। ਸਿੰਪਲ ਹਿਮਾਚਲ ਦਾ ਰਹਿਣ ਵਾਲਾ ਸੀ। ਉਸ ਦੇ ਨਾਲ ਰਹਿੰਦਿਆਂ ਉਸ ਕੋਲੋਂ ਬੜਾ ਕੁਝ ਸਿੱਖਣ ਨੂੰ ਮਿਲਿਆ। ਇਸ ਇੰਡਸਟਰੀ ਦੇ ਵਿੱਚ ਉਸਨੂੰ ਕੰਮ ਕਰਦਿਆਂ ਤਕਰੀਬਨ 13 ਸਾਲ ਬੀਤ ਚੁੱਕੇ ਸਨ। ਹੋਵੇਗਾ ਕੋਈ 36 ਕੁ ਸਾਲ ਦਾ। ਉਸਦੇ ਕਈ ਅਸੂਲ ਉਸਨੂੰ ਸਭ ਤੋਂ ਵੱਖਰਾ ਕਰਦੇ ਸਨ। ਐਗਜ਼ੈਕਟ ਟਾਈਮ ਤੇ ਆਫਿਸ ਆਣਾ, ਆਪਣੀ ਸੀਟ ਤੇ ਬੈਠਣਾ, ਕੰਮ ਕਰਨਾ, ਐਗਜ਼ੈਕਟ ਸਮੇਂ ਤੇ ਲੰਚ, ਇੱਕਦਮ ਪਰਫੈਕਟ। ਕਹਿੰਦਾ ਸੀ ਮੈਂ ਆਪਣਾ ਖਿਆਲ ਇਸ ਲਈ ਰੱਖਦਾ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਦੇਖ ਸਕਾਂ, ਉਸ ਬਾਰੇ ਸੋਚਾਂ, ਨਹੀਂ ਤਾਂ ਹੋਰ ਕੌਣ ਸੋਚੇਗਾ। ਇਸ ਲਈ ਪਹਿਲਾਂ ਖੁਦ ਨੂੰ ਸਹੀ ਰੱਖੋ ਤੇ ਫੈਮਿਲੀ ਆਪੇ ਹੀ ਠੀਕ ਰਹੇਗੀ। ਉਸ ਦੀਆਂ ਕੁਝ ਕੁ ਗੱਲਾਂ ਚੰਗੀਆਂ ਲੱਗਦੀਆਂ ਸਨ। ਸਿੰਪਲ ਦਾ ਕਹਿਣਾ ਸੀ ਉਸਨੇ ਆਪਣੇ 13 ਸਾਲ ਦੇ ਕਰੀਅਰ ਵਿੱਚ ਵੀਕਲੀ ਆਫ ਤੋਂ ਇਲਾਵਾ ਛੁੱਟੀ ਨਹੀਂ ਕੀਤੀ, ਕਿਉਂਕਿ ਛੁੱਟੀ ਕਰਨ ਦੀ ਤਨਖਾਹ ਕੱਟੀ ਜਾਂਦੀ ਸੀ ਤੇ ਘਰ ਚਲਾਉਣਾ ਵੀ ਜ਼ਰੂਰੀ ਸੀ। ਇਸ ਲਈ ਉਹ ਆਪਣਾ ਵੀਕਲੀ ਆਫ ਜ਼ਰੂਰ ਲੈ ਲੈਂਦਾ। ਕਦੇ ਕੰਪਰੋਮਾਈਜ਼ ਨਹੀਂ ਕੀਤਾ ਸੀ ਉਸਨੇ ਆਪਣੀ ਛੁੱਟੀ ਨੂੰ ਲੈ ਕੇ। ਸਿੰਪਲ ਜ਼ਿਆਦਾ ਕਿਸੇ ਨਾਲ ਬਹਿਸ ਦੇ ਵਿੱਚ ਨਹੀਂ ਪੈਂਦਾ। ਕਦੇ ਲੜਾਈ ਹੋਵੇ ਤਾਂ ਲੋਕਾਂ ਨੂੰ ਹਟਾਉਂਦਾ। ਕੀ ਰੱਖਿਆ ਲੜਾਈ ਝਗੜੇ ਦੇ ਵਿੱਚ। ਇਸ ਜ਼ਿੰਦਗੀ ਨੇ ਸਮਾਂ ਪਿਆਰ ਲਈ ਦਿੱਤਾ। ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ। ਇੱਕ ਵਾਰੀ ਰਾਤ ਦੇ ਸ਼ਿਫਟ ਲੱਗੀ ਤਾਂ ਉਸ ਦਿਨ ਸਿੰਪਲ ਮੇਰੇ ਨਾਲ ਹੀ ਸੀ। 7 ਵਜੇ ਦੇ ਬੁਲੇਟਿਨ ਤੋਂ ਬਾਅਦ ਸਿੰਪਲ ਆਪਣੀ ਸੀਟ ਤੋਂ ਗਾਇਬ। ਦੇਖਿਆ ਕਿ ਉਹ ਬਾਹਰ ਚੱਕਰ ਲਗਾ ਰਿਹਾ ਸੀ। ਮੈਂ ਪੁੱਛਿਆ ਕਿ ਜੇ ਸ਼ਿਫਟ ਤਾਂ ਓਵਰ ਹੋਈ ਨਹੀਂ, ਤੇ ਉਸਦਾ ਕਹਿਣਾ ਸੀ ਮੈਂ ਰੋਟੀ ਖਾ ਕੇ ਅੱਧਾ ਘੰਟਾ ਵਾਕ ਜ਼ਰੂਰ ਕਰਦਾ, ਫਿਟ ਰਵਾਂਗਾ ਤਾਂ ਹੀ ਕੰਮ ਕਰਾਂਗਾ। ਦੂਜੀ ਗੱਲ, ਉਸਦੇ ਕਦੇ ਬਾਹਰ ਦਾ ਖਾਣਾ ਨਹੀਂ ਖਾਧਾ, ਹਮੇਸ਼ਾ ਘਰ ਦਾ। ਕਹਿੰਦਾ ਪਤਾ ਨਹੀਂ ਕਿਸ ਤਰ੍ਹਾਂ ਬਾਹਰ ਦੀਆਂ ਚੀਜ਼ਾਂ ਬਣਾਈਆਂ ਹੋਣ। ਉਸ ਕੋਲ ਹਰ ਗੱਲ ਦਾ ਜਵਾਬ ਸੀ। ਇੱਕ ਰਾਤ ਜਦ ਸ਼ਿਫਟ ਖਤਮ ਹੋਣ ਤੋਂ 2 ਵੱਖ-ਵੱਖ ਸਟਾਪੇਜ ਤੇ ਕੈਬ ਜਾਣੀਆਂ ਸਨ, ਪਰ ਡਰਾਈਵਰ ਇੱਕ ਹੀ ਸੀ। ਸਿੰਪਲ ਦੂਜੇ ਪਾਸੇ ਨੂੰ ਜਾਣ ਵਾਲਾ ਇਕੱਲਾ ਵਿਅਕਤੀ ਸੀ। ਟੀਮ ਦੇ ਮੈਂਬਰ ਨੇ ਕਿਹਾ ਕੁੜੀਆਂ ਨੂੰ ਡਰਾਈਵਰ ਛੱਡ ਆਏਗਾ, ਇਕੱਲੇ ਨੂੰ ਘਰ ਛੱਡਣਾ ਪੈਂਦਾ ਹੈ, ਸਰ ਤੁਸੀਂ ਮੇਰੇ ਨਾਲ ਆ ਜਾਓ। ਜਿਸ ਤੋਂ ਬਾਅਦ ਸਿੰਪਲ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਮੈਂ ਕਿਸੇ ਗੈਰ ਸਿੱਖੇ ਦੇ ਨਾਲ ਨਹੀਂ ਜਾਵਾਂਗਾ। ਰਸਤੇ ਦੇ ਵਿੱਚ ਜੇਕਰ ਕੁਝ ਹੋ ਗਿਆ ਤਾਂ ਮੇਰਾ ਪਰਿਵਾਰ ਪਿੱਛੇ ਇਕੱਲਾ ਰਹਿ ਜਾਵੇਗਾ। ਬਸ ਫੇਰ ਕੀ ਸੀ, ਬਹਿਸ ਤੋਂ ਬਾਅਦ ਡਰਾਈਵਰ ਇਕੱਲਾ ਸਿੰਪਲ ਨੂੰ ਪਹਿਲਾਂ ਘਰ ਛੱਡਣ ਗਿਆ ਤੇ ਬਾਅਦ ਵਿੱਚ ਅਸੀਂ ਸਾਰੇ। ਸਿੰਪਲ ਨੂੰ 1 ਸਾਲ ਹੋ ਚੁੱਕਿਆ ਸੀ ਟੀਵੀ ਚੈਨਲ ਦੇ ਵਿੱਚ ਕੰਮ ਕਰਦਿਆਂ। ਉਸ ਦਿਨ ਮੈਂ ਸਿੰਪਲ ਨੂੰ ਬੜਾ ਖੁਸ਼ ਦੇਖਿਆ। ਆਉਂਦੇ ਹੀ ਕਹਿੰਦਾ ਬੋਲੋ ਤੁਸੀਂ ਕੀ ਖਾਓਗੇ। ਮੇਰੀ ਕਾਲਜ ਦੇ ਵਿੱਚ ਸਕੂਨ ਵਾਲੀ ਨੌਕਰੀ ਲੱਗ ਗਈ ਹੈ। ਪਤਾ ਚੱਲਿਆ ਕਿ ਸਿੰਪਲ ਨੇ ਰਿਜ਼ਾਈਨ ਕਰ ਦਿੱਤਾ ਹੈ ਤੇ ਵੱਡੇ ਕਾਲਜ ਦੇ ਵਿੱਚ ਉਸਨੂੰ ਜੌਬ ਮਿਲੀ ਹੈ। ਮੈਂ ਸ਼ਾਇਦ ਆਖਰੀ ਵਾਰ ਉਸੇ ਦਿਨ ਹੀ ਸਿੰਪਲ ਨੂੰ ਮਿਲੀ ਹੋਵਾਂਗੀ, ਕਿਉਂਕਿ ਡਿਊਟੀ ਤੇ ਉਸਦਾ ਆਖਰੀ ਦਿਨ ਸੀ। ਚਲੋ ਸਭ ਪਾਰਟੀ ਕਰਕੇ ਉਸਨੂੰ ਬੜੇ ਪਿਆਰ ਦੇ ਨਾਲ ਬਾਏ ਬੋਲਦੇ ਨੇ। ਸਾਡੇ ਚੈਨਲ ਦਾ ਇੱਕ WhatsApp ਗਰੁੱਪ ਸੀ ਜਿਸ ਨਾਲ ਆਫਿਸ ਦਾ ਕੋਈ ਵੀ ਜ਼ਰੂਰੀ ਮੈਸੇਜ ਸਭ ਤੱਕ ਪਹੁੰਚਦਾ ਸੀ। ਡਿਊਟੀ ਖਤਮ ਕਰ ਜਦ ਮੈਂ ਘਰ ਪਹੁੰਚਦੀ ਹਾਂ ਤਾਂ ਸ਼ਾਮ ਦੇ 7 ਵਜੇ ਗਰੁੱਪ ਦੇ ਵਿੱਚ ਧੜਾਧੜ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਸਿੰਪਲ ਅੱਜ ਸੀਰੀਅਸ ਹੈ। ਇਹ ਪੜ੍ਹ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ। ਸਭ ਇੱਕ ਦੂਜੇ ਨੂੰ ਫੋਨ ਕਰਦੇ ਨੇ ਕਿ ਇਹ ਅਫਵਾਹ ਤਾਂ ਨਹੀਂ, ਪਰ ਪਤਾ ਚੱਲਦਾ ਸਿੰਪਲ ਨੌਕਰੀ ਛੱਡਣ ਵਾਲੇ ਦਿਨ ਆਪਣੇ ਘਰ ਜਾਂਦਾ ਹੈ, ਜਿਸ ਤੋਂ ਬਾਅਦ ਉਸਦੀ ਤਬੀਅਤ ਖਰਾਬ ਹੁੰਦੀ ਹੈ ਤੇ ਹਸਪਤਾਲ ਦੇ ਵਿੱਚ ਉਸਨੂੰ ਦਾਖਲ ਕਰਵਾ ਦਿੱਤਾ ਜਾਂਦਾ ਹੈ। ਰਾਤ ਜ਼ਿਆਦਾ ਹੋਣ ਦੇ ਕਾਰਨ ਅਸੀਂ ਸਿੰਪਲ ਦੇ ਕੋਲ ਨਹੀਂ ਪਹੁੰਚ ਪਾਉਂਦੇ। ਅਗਲੇ ਦਿਨ ਡਿਊਟੀ ਤੋਂ ਛੁੱਟੀ ਨਹੀਂ ਮਿਲਦੀ।
ਤੇ ਦੁਪਹਿਰ ਨੂੰ ਜਦ ਛੁੱਟੀ ਮਿਲਦੀ ਹੈ ਤਾਂ ਪਤਾ ਚੱਲਦਾ ਹੈ ਕਿ ਸਿੰਪਲ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਹੋ ਜਾਂਦਾ ਹੈ ਸਿੰਪਲ ਦੀ ਕਹਾਣੀ ਦਾ ਐਂਡ। ਉਸਦੇ ਅੰਤਿਮ ਸੰਸਕਾਰ ਤੇ ਉਸਦੀ ਵੋਟੀ ਦੇ ਨਾਲ ਜਦੋਂ ਅਫਸੋਸ ਕੀਤਾ ਤਾਂ ਉਸਨੇ ਦੱਸਿਆ ਕਿ ਉਸ ਦਿਨ ਆਫਿਸ ਤੋਂ ਪਾਰਟੀ ਕਰ ਸਿੰਪਲ ਘਰ ਆਇਆ, ਬੜਾ ਖੁਸ਼ ਸੀ। ਕਹਿੰਦੇ ਪਹਿਲੀ ਵਾਰ ਮੈਨੂੰ 3 ਦਿਨ ਮਿਲੇ ਨੇ ਛੁੱਟੀ ਦੇ, ਤੇ 3 ਦਿਨ ਮੈਂ ਤੈਨੂੰ ਘੁਮਾਵਾਂਗਾ, ਸ਼ਾਪਿੰਗ ਕਰਾਵਾਂਗਾ, ਤੂੰ ਜਿੱਥੇ ਕਹੇਂਗੀ ਉੱਥੇ ਲੈ ਕੇ ਜਾਵਾਂਗਾ। ਜਿਸ ਲਈ ਅਸੀਂ ਅਗਲੇ ਦਿਨ ਤਿਆਰ ਹੋ ਕੇ ਆਪਣੀ ਐਕਟਿਵਾ ਤੇ ਨਿਕਲਦੇ ਹਾਂ। ਰਸਤੇ ਦੇ ਵਿੱਚ ਸਿੰਪਲ ਬੜੀਆਂ ਅਜੀਬ ਗੱਲਾਂ ਕਰਨਾ ਸ਼ੁਰੂ ਕਰਦੇ ਨੇ। ਮੈਨੂੰ ਐਕਟਿਵਾ ਤੋਂ ਉਤਾਰ ਕੇ ਕਹਿੰਦੇ ਨੇ, ਕੌਣ ਹੈ ਤੂੰ? ਮੈਂ ਕੌਣ ਆ? 5 ਮਿੰਟ ਬਾਅਦ ਫਿਰ ਠੀਕ, ਤੇ ਬਾਅਦ ਵਿੱਚ ਫਿਰ ਸਿਰ ਦੇ ਵਿੱਚ ਦਰਦ ਦੀ ਸ਼ਿਕਾਇਤ। ਅਸੀਂ ਸਿੱਧਾ ਹਸਪਤਾਲ ਜਾਂਦੇ ਹਾਂ। ਬਸ ਉਸ ਅੱਧੇ ਘੰਟੇ ਦੇ ਵਿੱਚ ਹੀ ਸਭ ਕੁਝ ਵਾਪਰ ਗਿਆ। ਡਾਕਟਰਾਂ ਨੇ ਦੱਸਿਆ ਕਿ ਸਿੰਪਲ ਨੂੰ ਬ੍ਰੇਨ ਟਿਊਮਰ ਸੀ, ਜਿਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ। ਉਸ ਦਿਨ ਉਹ ਟਿਊਮਰ ਫਟਿਆ, ਜਿਸ ਨਾਲ ਉਸਦੀ ਯਾਦਾਸ਼ਤ ਆ ਜਾ ਰਹੀ ਸੀ। ਬਾਅਦ ਵਿੱਚ ਉਹ ਕੋਮਾ 'ਚ ਚਲਾ ਗਿਆ, ਤੇ 1 ਦਿਨ ਬਾਅਦ ਸਿੰਪਲ ਵੀ ਨਹੀਂ ਰਿਹਾ। ਜ਼ਿੰਦਗੀ ਦੀ ਫੁਰਸਤ ਦੇ ਉਹ 3 ਦਿਨ ਜੋ ਉਸਨੇ ਆਪਣੇ ਪਰਿਵਾਰ ਦੇ ਲਈ ਬਚਾ ਕੇ ਰੱਖੇ ਸਨ, ਉਸ ਦੀਆਂ ਅੰਤਿਮ ਕਿਰਿਆਵਾਂ ਦੇ ਵਿੱਚ ਹੀ ਚਲੇ ਗਏ। ਸਿੰਪਲ ਦੀ ਵੋਟੀ ਦੀ ਝੋਲੀ ਦੇ ਵਿੱਚ 3 ਮਹੀਨਿਆਂ ਦਾ ਬੇਟਾ ਤੇ 5 ਸਾਲ ਦੀ ਬੇਟੀ ਦੇਖ ਕੇ ਦਿਲ ਰੋ ਪਿਆ। ਕੀ ਸੋਚਦੇ ਹਾਂ ਤੇ ਅਸੀਂ ਕੀ ਹੁੰਦਾ ਹੈ। ਸਿੰਪਲ ਆਪਣੀ ਸਾਰੀ ਜ਼ਿੰਦਗੀ ਨੌਕਰੀ ਤੇ ਸਮਾਂ ਕੱਢਦਾ ਰਿਹਾ, ਤੇ ਜਦ ਸਮਾਂ ਮਿਲਿਆ ਤਾਂ ਉਸਨੇ ਉਸਨੂੰ ਸਮਾਂ ਨਹੀਂ ਦਿੱਤਾ। ਇਸ ਲਈ ਸਮੇਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਵੀ ਰਹੋ। ਕਦੋਂ ਉਹ ਆਖਰੀ ਪਲ ਆਵੇ ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਇਸ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਉਹਨਾਂ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ? ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ, ਤੇ ਹਾਂ, ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾय नीलू।